ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਨਰਿੰਦਰ ਸਿੰਘ ਕਪੂਰ ਜੀ ਦੀ ਲਿਖੀ ਕਿਤਾਬ ਮਾਲਾ ਮਣਕੇ। ਕਿਸੇ ਦੇ ਸਾਹਮਣੇ ਹੋਈ ਬੇਇੱਜ਼ਤੀ ਦੂਣੀ ਹੋ ਜਾਂਦੀ ਹੈ। ਹਰ ਆਰਥਿਕ ਸੰਕਟ ਪਿੱਛੇ ਕਾਰਨ ਰਾਜਨੀਤਿਕ ਹੁੰਦੇ ਹਨ। ਗਰੀਬਾਂ ਨਾਲ ਵਧੀਕੀ ਨਹੀਂ ਕਰਨੀ ਚਾਹੀਦੀ। ਉਹਨਾਂ ਦੀ ਗਰੀਬੀ ਵਧੀਕਿਆਂ ਦਾ ਹੀ ਸਿੱਟਾ ਹੁੰਦੀ ਹੈ। ਪਿਆਰ ਵਿੱਚ ਸ਼ਬਦਾਂ ਨਾਲੋਂ ਸੈਨਤਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਹਨ। ਭੀੜ ਦਾ ਕੋਈ ਆਗੂ ਨਹੀਂ ਹੁੰਦਾ, ਭੀੜ ਵਿਚਲਾ ਹਰ ਬੰਦਾ ਆਗੂ ਹੁੰਦਾ ਹੈ। ਅਰਥ ਸ਼ਾਸਤਰੀ ਦੌਲਤ ਬਾਰੇ ਭਰਪੂਰ ਗੱਲਾਂ ਕਰਦੇ ਹਨ, ਪਰ ਆਪ ਦੌਲਤ ਉਪਜਾਉਂਦੇ ਨਹੀਂ। ਬਜਟ ਜਾਂ ਵਿਉਂਤ ਤੋਂ ਬਿਨਾਂ ਜੀਵਨ ਗੁਜ਼ਾਰਨਾ ਉਵੇਂ ਹੀ ਹੈ ਜਿਵੇਂ ਗੋਲ ਤੋਂ ਬਿਨਾਂ ਫੁੱਟਬਾਲ ਖੇਡਣਾ। ਸੰਸਾਰ ਵਿੱਚ ਇੱਕ ਦੋ ਹੀ ਸੋਹਣੇ ਬੱਚੇ ਹਨ ਜਿਹੜੇ ਹਰੇਕ ਮਾਂ ਕੋਲ ਹੁੰਦੇ ਹਨ। ਮੁਸ਼ਕਿਲਾਂ ਅਤੇ ਵਿਕਾਸ ਨਾਲ ਚੱਲਦੇ ਹਨ। ਗੱਲਾਂ ਪੁਰਾਣੀਆਂ ਹੀ ਹੁੰਦੀਆਂ ਹਨ, ਨਵੇਂ ਅੰਦਾਜ਼ ਨਾਲ ਕਹੇ ਜਾਣ ਕਾਰਨ ਉਹ ਨਵੀਆਂ ਲੱਗਦੀਆਂ ਹਨ। ਕੁਝ ਸੱਚ ਅਜਿਹੇ ਹੁੰਦੇ ਹਨ ਜਿਹੜੇ ਸਾਡੇ ਬਾਰੇ ਸਾਡੇ ਦੁਸ਼ਮਣਾਂ ਨੇ ਹੀ ਬੋਲਣੇ ਹੁੰਦੇ ਹਨ। ਚੰਗਾ ਅਧਿਆਪਕ ਵਿਦਿਆਰਥੀਆਂ ਨੂੰ ਸੇਧ ਹੀ ਨਹੀਂ, ਹਿੰਮਤ ਅਤੇ ਰਫਤਾਰ ਵੀ ਦਿੰਦਾ ਹੈ। ਅਸਲੀ ਸਮੱਸਿਆ ਸੰਸਾਰ ਨੂੰ ਸੁਧਾਰਨ ਦੀ ਨਹੀਂ, ਆਪਣੇ ਆਪ ਨੂੰ ਵਿਗੜਨ ਤੋਂ ਬਚਾਉਣ ਦੀ ਹੈ। ਕੋਈ ਦੋ ਵਿਅਕਤੀ ਇੱਕੋ ਜਿਤਨੇ ਖੁਸ਼ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਦੀਆਂ ਆਸਾਂ ਉਮੀਦਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ। ਚੰਗੇ ਬਣੇ ਬਿਨਾਂ ਪ੍ਰਸੰਨ ਹੋਣਾ ਸੰਭਵ ਨਹੀਂ ਹੁੰਦਾ। ਜੋ ਪਾਗਲਖਾਨਿਆਂ ਵਿੱਚ ਚੰਗੀ ਤਰ੍ਹਾਂ ਸਫਾਈ ਰੱਖੀ ਜਾਵੇ ਤਾਂ ਬਹੁਤੇ ਪਾਗਲ ਇਸ ਨਾਲ ਹੀ ਠੀਕ ਹੋ ਜਾਣਗੇ। ਕੋਈ ਵੀ ਤੱਥ ਆਪਣੇ ਆਪ ਵਿੱਚ ਮਹੱਤਵਪੂਰਨ ਨਹੀਂ ਹੁੰਦਾ, ਉਹ ਹੋਰ ਤੱਥਾਂ ਨਾਲ ਰਲ ਕੇ ਹੀ ਅਰਥ ਗ੍ਰਹਿਣ ਕਰਦਾ ਹੈ। ਜਿਹੜਾ ਕਹਿੰਦਾ ਹੈ ਮੈਂ ਇਹ ਕਰ ਨਹੀਂ ਸਕਦਾ, ਉਹ ਅਸਲ ਵਿੱਚ ਕਹਿ ਰਿਹਾ ਹੁੰਦਾ ਹੈ ਕਿ ਮੈਂ ਇਹ ਕਰਾਂਗਾ ਨਹੀਂ। ਜਦੋਂ ਸੰਸਾਰ ਵਿੱਚ ਸਾਰੇ ਲੋਕਾਂ ਦਾ ਜੀਵਨ ਪੱਧਰ, ਖਾਣ ਪੀਣ ਅਤੇ ਪਹਿਰਾਵਾ ਇੱਕ ਹੋ ਗਿਆ ਤਾਂ ਯੁੱਧ ਆਪੇ ਮੁੱਕ ਜਾਣਗੇ। ਕੇਵਲ ਮਨੁੱਖੀ ਨਸਲ ਵਿੱਚ ਹੀ ਮਾਦਾ ਆਪਣੇ ਸਾਰੇ ਬੱਚੇ ਅਕਸਰ ਇੱਕ ਹੀ ਨਰ ਤੋਂ ਪ੍ਰਾਪਤ ਕਰਦੀ ਹੈ। ਅਸੀਂ ਸਫਲ ਤਾਂ ਆਪਣੇ ਯਤਨਾਂ ਨਾਲ ਹੁੰਦੇ ਹਾਂ, ਪਰ ਪ੍ਰਸਿੱਧ ਸਾਂਝੇ ਯਤਨਾਂ ਨਾਲ ਹੁੰਦੇ ਹਾਂ। ਚੌਂਦੀ ਛੱਤ ਦੀ ਮੁਰੰਮਤ ਦਾ ਸਹੀ ਵਕਤ ਉਦੋਂ ਹੁੰਦਾ ਹੈ ਜਦੋਂ ਮੀਂਹ ਪੂਰੀ ਤਰ੍ਹਾਂ ਰੁਕਿਆ ਹੋਵੇ ਅਤੇ ਸੂਰਜ ਨਿਕਲਿਆ ਹੋਵੇ। ਜੇ ਕਿਸੇ ਕੋਲ ਮਾਣ ਕਰਨ ਯੋਗ ਕੁਝ ਨਹੀਂ ਤਾਂ ਉਸਦੇ ਨਿਮਰ ਹੋਣ ਦਾ ਵੀ ਕੋਈ ਅਰਥ ਨਹੀਂ ਹੋਵੇਗਾ। ਕੰਮ ਕਰਨ ਤੋਂ ਪਹਿਲਾਂ ਮੌਜਾਂ ਮਾਣਨ ਦੀ ਆਦਤ ਕੰਮ ਨਹੀਂ ਕਰਨ ਦੇਵੇਗੀ। ਹਰੇਕ ਪ੍ਰਕਾਰ ਦੀ ਅੱਗ ਲਾਉਣੀ ਹੁਣ ਪਹਿਲੇ ਕਿਸੇ ਵੀ ਸਮੇਂ ਨਾਲੋਂ ਸੌਖੀ ਹੋ ਗਈ ਹੈ। ਜਿਸ ਨੱਕ ਉੱਤੇ ਅਸੀਂ ਮੱਖੀ ਨਹੀਂ ਬਹਿਣ ਦਿੰਦੇ, ਉੱਥੇ ਐਨਕ ਆਣ ਬੈਠਦੀ ਹੈ। ਇਸਤਰੀਆਂ ਪੁਰਸ਼ਾਂ ਵਿੱਚ ਜੋ ਵੀ ਗੁਣ ਹਨ ਉਹ ਪਿਆਰ ਰਾਹੀਂ ਹੀ ਪ੍ਰਗਟ ਹੁੰਦੇ ਹਨ। ਜਿਹੜੇ ਆਪਣੇ ਹੀ ਪੈਰਾਂ ਵਿੱਚ ਅੜ ਕੇ ਡਿੱਗ ਪੈਂਦੇ ਹਨ ਉਹ ਡਿੱਗੇ ਰਹਿੰਦੇ ਹਨ। ਸਭ ਤੋਂ ਵੱਧ ਥਕਾਵਟ ਅਧੂਰੇ ਛੱਡੇ ਕੰਮਾਂ ਤੋਂ ਹੁੰਦੀ ਹੈ। ਵਿਰੋਧੀ ਵਿਚਾਰਾਂ ਨੂੰ ਖਿੜੇ ਮੱਥੇ ਬਰਦਾਸ਼ਤ ਕਰਨਾ ਖੁਸ਼ਹਾਲੀ, ਸੁਤੰਤਰਤਾ ਅਤੇ ਵਿਦਵਤਾ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਅਮੀਰੀ ਇਸ ਗੱਲ ਵਿੱਚ ਹੁੰਦੀ ਹੈ ਕਿ ਕਿਤਨੇ ਘਰਾਂ ਦੇ ਬੂਹੇ ਤੁਹਾਡੀ ਉਡੀਕ ਵਿੱਚ ਖੁੱਲ੍ਹੇ ਹਨ। ਉਸਾਰੂ ਸਵਾਰਥ ਨੂੰ ਜਦੋਂ ਮਿਹਨਤ ਨਾਲ ਜੋੜ ਦਿੱਤਾ ਜਾਵੇ ਤਾਂ ਇਹ ਆਦਰਸ਼ ਬਣ ਜਾਂਦਾ ਹੈ। ਜ਼ਿੰਮੇਵਾਰੀਆਂ ਨੂੰ ਨਿਭਾਉਣ ਨਾਲ ਹੀ ਉਹਨਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਆਪਣੇ ਪੈਰਾਂ 'ਤੇ ਖਲੋਤਾ ਇੱਕ ਮੰਗਤਾ ਵੀ ਗੋਡਿਆਂ 'ਤੇ ਝੁਕੇ ਬਾਰਸ਼ਾਂ ਨਾਲੋਂ ਲੰਬਾ ਨਜ਼ਰ ਆਉਂਦਾ ਹੈ। ਮਿਹਨਤ ਕਰਨ ਵਾਲੇ ਕਦੇ ਉਦਾਸ ਨਹੀਂ ਹੁੰਦੇ, ਉਹਨਾਂ ਦੇ ਚਿਹਰੇ 'ਤੇ ਨਿਰਮਾਣ ਦੀ ਥਕਾਵਟ ਦੀ ਰੌਣਕ ਹੁੰਦੀ ਹੈ। ਆਪਣੇ ਦੇਸ਼, ਬੋਲੀ ਅਤੇ ਸੱਭਿਆਚਾਰ ਨੂੰ ਬਦਨਾਮ ਕਰਕੇ ਅਜੇ ਤੱਕ ਕੋਈ ਸਤਿਕਾਰਯੋਗ ਨਹੀਂ ਬਣਿਆ।
ਨਲਾਇਕ ਹੋਏ ਬਿਨਾਂ ਝਗੜਾ ਨਹੀਂ ਕੀਤਾ ਜਾ ਸਕਦਾ ਅਤੇ ਸਿਆਣੇ ਹੋਏ ਬਿਨਾਂ ਸਮਝੌਤਾ ਸੰਭਵ ਨਹੀਂ ਹੁੰਦਾ। ਜਦੋਂ ਸੁਪਨਿਆਂ ਨਾਲ ਮਿਹਨਤ ਜੁੜ ਜਾਵੇ ਤਾਂ ਸੁਪਨੇ ਹਕੀਕਤ ਬਣ ਜਾਂਦੇ ਹਨ। ਇਸਤਰੀ ਪੁਰਸ਼ ਨੂੰ ਪਿਆਰ ਕਰਨਾ ਸਿਖਾਉਂਦੀ ਹੈ ਅਤੇ ਉਸ ਦੇ ਅਭਿਆਸ ਲਈ ਆਪ ਪ੍ਰਯੋਗਸ਼ਾਲਾ ਬਣ ਜਾਂਦੀ ਹੈ। ਅਸੀਂ ਜਦੋਂ ਆਪਣੇ ਆਪ ਨੂੰ ਕਿਸਮਤ ਦੇ ਹਵਾਲੇ ਕਰ ਦਿੰਦੇ ਹਾਂ ਤਾਂ ਉਦੋਂ ਕੇਵਲ ਮੁਸ਼ਕਿਲਾਂ ਹੀ ਉਪਜਦੀਆਂ ਹਨ। ਮੌਤ ਸਾਰਿਆਂ ਨੂੰ ਇੱਕੋ ਜਿਹੀ ਆਉਂਦੀ ਨਹੀਂ, ਪਰ ਇੱਕੋ ਜਿਹਾ ਕਰ ਦਿੰਦੀ ਹੈ। ਮਨੁੱਖ ਜਦੋਂ ਰਸਤਾ ਭੁੱਲ ਜਾਂਦਾ ਹੈ, ਉਹ ਹੋਰ ਵੀ ਤੇਜ਼ ਤੁਰਨ ਲੱਗ ਪੈਂਦਾ ਹੈ। ਮਹਾਂਪੁਰਸ਼ ਧਨ ਨਹੀਂ ਕਮਾਉਂਦੇ, ਪ੍ਰੇਮ ਕਮਾਉਂਦੇ ਹਨ। ਉਹ ਇਲਾਕੇ ਨਹੀਂ ਮੱਲਦੇ, ਦਿਲਾਂ 'ਤੇ ਰਾਜ ਕਰਦੇ ਹਨ। ਵਿਹਲਾ ਗਵਾਇਆ ਸਮਾਂ ਸਾਡੇ ਨਾਲ ਚਿੰਬੜਿਆ ਰਹਿੰਦਾ ਹੈ। ਦਿਲ 'ਤੇ ਪਈਆਂ ਰਾਤਾਂ ਦੀ ਸਵੇਰ ਨਹੀਂ ਹੁੰਦੀ। ਸਮਾਜ ਸਾਨੂੰ ਮਿਹਨਤ ਕਰਨ ਦਾ ਅਵਸਰ ਹੀ ਦੇ ਸਕਦਾ ਹੈ। ਇਸ ਤੋਂ ਵੱਧ ਸਮਾਜ ਦੇ ਵੱਸ ਵਿੱਚ ਕੁਝ ਨਹੀਂ ਹੁੰਦਾ। ਮਿਹਨਤੀ ਬੰਦਿਆਂ ਕੋਲ ਸੋਮਵਾਰ ਵਿੱਚੋਂ ਮੰਗਲਵਾਰ ਵੇਖਣ ਦੀ ਜਾਂਚ ਹੁੰਦੀ ਹੈ। ਟਿਕੀ ਹੋਈ ਝੀਲ ਹੀ ਦੋ ਚੰਨ ਹੋਣ ਦਾ ਨਜ਼ਾਰਾ ਸਿਰਜਦੀ ਹੈ। ਸੁਖੀ ਪ੍ਰੇਮ ਵਿੱਚ ਕਵਿਤਾ ਸਿਰਜਣ ਦੀ ਪ੍ਰੇਰਨਾ ਨਹੀਂ ਹੁੰਦੀ। ਜੇ ਬਹਾਨੇ ਹੀ ਲਾਓਗੇ ਤਾਂ ਲੋਕਾਂ ਦਾ ਧਿਆਨ ਤੁਹਾਡੀਆਂ ਗਲਤੀਆਂ ਵੱਲ ਹੀ ਜਾਏਗਾ। ਗੁਣਾਂ ਵੱਲ ਧਿਆਨ ਤਾਂ ਹੀ ਜਾਵੇਗਾ ਜੇ ਮਿਹਨਤ ਕਰੋਗੇ। ਮਨੁੱਖ ਨੇ ਗਿਣਤੀ ਦਾ ਨਿਰਮਾਣ ਕੁਦਰਤ ਦੀ ਬਹੁਲਤਾ ਨੂੰ ਸਮਝਣ ਅਤੇ ਕੁਦਰਤ ਨੂੰ ਆਪਣੀ ਵਰਤੋਂ ਵਿੱਚ ਲਿਆਉਣ ਲਈ ਕੀਤਾ ਹੈ। ਰੱਬ ਨੇ ਤਿਤਲੀਆਂ ਦੀ ਰਚਨਾ ਆਪਣੀ ਮਹਿਬੂਬ ਨੂੰ ਮਿਲਣ ਮਗਰੋਂ ਹੀ ਕੀਤੀ ਹੋਵੇਗੀ। ਸਾਰੀਆਂ ਮਾਨਸਿਕ ਪਰੇਸ਼ਾਨੀਆਂ ਬਾਹਰੀ ਮਨਾਹੀਆਂ ਵਿੱਚੋਂ ਉਪਜਦੀਆਂ ਹਨ। ਸਿਆਣਾ ਪੁੱਤਰ ਚੰਗਾ ਸਹਿਯੋਗੀ ਹੋ ਸਕਦਾ ਹੈ, ਪਰ ਸਿਆਣੀ ਧੀ ਨਾਲੋਂ ਚੰਗਾ ਸਲਾਹਕਾਰ ਕੋਈ ਨਹੀਂ ਹੋ ਸਕਦਾ। ਜੇ ਮੁਹੱਬਤ ਸੋਚਣ ਲੱਗ ਪਵੇ ਤਾਂ ਉਹ ਮੁਹੱਬਤ ਨਹੀਂ ਰਹਿੰਦੀ। ਵਫ਼ਾਦਾਰੀ ਦੀਆਂ ਕਿਸਮਾਂ ਖਾਣ ਵਾਲੇ ਵਫ਼ਾਦਾਰ ਨਹੀਂ ਹੁੰਦੇ। ਵਫ਼ਾਦਾਰੀ ਦੀਆਂ ਕਸਮਾਂ ਖਾਣ ਵਾਲੇ ਵਫ਼ਾਦਾਰ ਨਹੀਂ ਹੁੰਦੇ। ਜਿਹੜੇ ਵਫ਼ਾਦਾਰ ਹੁੰਦੇ ਹਨ ਉਹਨਾਂ ਨੂੰ ਕਸਮਾਂ ਖਾਣ ਦੀ ਲੋੜ ਨਹੀਂ ਪੈਂਦੀ। ਪੱਥਰ ਜੇ ਕਿਸੇ ਝੱਲੇ ਦੇ ਹੱਥ ਆ ਜਾਵੇ ਤਾਂ ਉਹ ਜ਼ਖਮ ਬਣ ਜਾਂਦਾ ਹੈ। ਜੇ ਕਿਸੇ ਕਲਾਕਾਰ ਦੇ ਹੱਥ ਆ ਜਾਵੇ ਤਾਂ ਪੂਜਣਯੋਗ ਮੂਰਤੀ ਬਣ ਜਾਂਦਾ ਹੈ। ਜੱਦੋ-ਜਹਿਦ ਦੌਰਾਨ ਸਾਡੀ ਆਪਣੀ ਹੀ ਸ਼ਖਸੀਅਤ ਦੇ ਅਨੇਕਾਂ ਛੁਪੇ ਪੱਖਾਂ ਨਾਲ ਜਾਣ ਪਛਾਣ ਹੋ ਜਾਂਦੀ ਹੈ। ਹਰੇਕ ਖੇਡ ਦਾ ਸੁਭਾਅ ਜੂਏ ਵਾਲਾ ਹੁੰਦਾ ਹੈ, ਪਰ ਜੂਏ ਨੂੰ ਖੇਡ ਨਹੀਂ ਸਮਝਿਆ ਜਾਂਦਾ। ਸੈਰ ਕਰਨ ਨਾਲ ਕੋਈ ਤੰਦਰੁਸਤ ਨਹੀਂ ਹੁੰਦਾ, ਸੈਰ ਕਰਦੇ ਹੀ ਤੰਦਰੁਸਤ ਹਨ। ਕਲਾਕਾਰ ਅਤੇ ਕਵੀ ਆਪਣੇ ਦੀਵਾਨੇ ਆਪ ਹੀ ਹੁੰਦੇ ਹਨ। ਪੁਰਸ਼ ਨਾਲ ਬਰਾਬਰੀ ਕਰਨ ਦੇ ਯਤਨ ਵਿੱਚ ਇਸਤਰੀ ਪੁਰਸ਼ ਦੀ ਹਉਮੈ ਵਧਾ ਰਹੀ ਹੈ। ਪ੍ਰੇਮੀ ਪ੍ਰੇਮਿਕਾ ਦੀ ਯਾਦ ਨੂੰ ਆਪਣੇ ਮਨ ਦੀ ਪੋਥੀ ਵਿੱਚ ਮੋਰ ਦੇ ਖੰਭ ਵਾਂਗ ਰੱਖਦਾ ਹੈ। ਸੰਸਾਰ ਦੇ ਹਜ਼ਾਰਾਂ ਅਜੂਬੇ ਵੇਖ ਕੇ ਵੀ ਦਿਲ ਆਪਣੇ ਸਧਾਰਨ ਜਿਹੇ ਘਰ ਨੂੰ ਮੁੜਨ ਲਈ ਤਾਂਘਦਾ ਹੈ। ਹਰ ਵੇਲੇ ਗਿਣਦੇ ਰਹਿਣ ਦੀ ਆਦਤ ਕਾਰਨ ਮਨੁੱਖ ਨੇ ਆਪਣੀ ਸਫਲਤਾ ਗਿਣੇ ਜਾਣ ਯੋਗ ਧਨ ਨਾਲ ਜੋੜ ਲਈ ਹੈ। ਕਿਸੇ ਵੀ ਪੁਰਸ਼ ਕੋਲ ਨਾ ਇਤਨੀ ਸੂਝ ਹੁੰਦੀ ਹੈ ਅਤੇ ਨਾ ਹੀ ਦਲੇਰੀ ਕਿ ਉਹ ਇਸਤਰੀ ਨੂੰ ਆਪਣੇ ਬਰਾਬਰ ਸਮਝੇ। ਫਿਲਾਸਫੀ ਅਤੇ ਕਵਿਤਾ ਵਿਚਲਾ ਅੰਤਰ ਚਾਨਣ ਅਤੇ ਨੂਰ ਦਾ ਅੰਤਰ ਹੁੰਦਾ ਹੈ। ਗੀਤਾ ਤਿਆਗ ਦਾ ਸੰਦੇਸ਼ ਦਿੰਦੀ ਹੈ। ਜਿਹੜਾ ਪਹਿਲਾਂ ਹੀ ਤਿਆਗ ਕਰ ਚੁੱਕਾ ਹੈ ਉਸ ਲਈ ਗੀਤਾ ਪਹਿਲਾਂ ਹੀ ਸਮਝੀ ਜਾ ਚੁੱਕੀ ਹੁੰਦੀ ਹੈ। ਹੇ ਵਾਹਿਗੁਰੂ, ਮੇਰੇ ਵਿੱਚ ਕਦੇ ਵੀ ਸੱਚ ਵਿਰੁੱਧ ਦਲੀਲ ਦੇਣ ਦੀ ਹਿੰਮਤ ਨਾ ਉਪਜੇ। ਹਰੇਕ ਦਰਿਆ ਕੋਲ ਹਜ਼ਾਰਾਂ ਸਾਲਾਂ ਦਾ ਇਤਿਹਾਸ ਹੁੰਦਾ ਹੈ। ਇਸ ਇਤਿਹਾਸ ਕਾਰਨ ਹੀ ਉਹ ਦਰਿਆ ਪ੍ਰਸਿੱਧ ਹੁੰਦਾ ਹੈ। ਆਮ ਵਿਅਕਤੀ ਸਭ ਕੁਝ ਪ੍ਰਵਾਨਗੀ
ਲਈ ਕਰਦੇ ਹਨ। ਮਹਾਂਪੁਰਸ਼ ਜੋ ਕੁਝ ਕਰਦੇ ਹਨ ਉਹ ਪਹਿਲਾਂ ਹੀ ਪ੍ਰਵਾਨ ਹੋਇਆ ਹੁੰਦਾ ਹੈ। ਪੁਰਸ਼ ਜਵਾਬ ਉਡੀਕਦੇ ਹਨ, ਇਸਤਰੀਆਂ ਪ੍ਰਤੀਕਰਮ ਉਡੀਕਦੀਆਂ ਹਨ। ਪਿਆਰ ਸਾਨੂੰ ਨਵੀਂ ਭੁੱਖ, ਨਵੀਂ ਤਾਂਘ ਅਤੇ ਨਵੀਂ ਪਿਆਸ ਨਾਲ ਜਾਣ ਪਛਾਣ ਕਰਵਾਉਂਦਾ ਹੈ। ਅਪਰਾਧ ਕਰਨ ਉਪਰੰਤ ਮਨੁੱਖ ਆਪਣੇ ਆਪ ਨਾਲ ਬੇਸੁਰਾ ਹੋ ਜਾਂਦਾ ਹੈ। ਸੋਚਣ ਨਾਲ ਸਮੱਸਿਆ ਹੱਲ ਭਾਵੇਂ ਨਾ ਹੋਵੇ ਪਰ ਸਪਸ਼ਟ ਜ਼ਰੂਰ ਹੋ ਜਾਂਦੀ ਹੈ। ਲਾਇਕ ਉਹ ਹੈ ਜਿਹੜਾ ਸੰਕਟ ਵਿੱਚੋਂ ਨਿਕਲਣ ਦਾ ਰਾਹ ਲੱਭ ਲਵੇ। ਸਿਆਣਾ ਉਹ ਹੈ ਜੋ ਸੰਕਟ ਵਿੱਚ ਪਏ ਹੀ ਨਾ। ਅਸੀਂ ਲੋਕਾਂ ਦਾ ਮੁੱਲ ਪਾਉਂਦੇ ਹਾਂ, ਲੋੜ ਕਦਰ ਪਾਉਣ ਦੀ ਹੁੰਦੀ ਹੈ। ਜ਼ਿੰਦਗੀ ਸਹਿਯੋਗ ਅਤੇ ਮੁਕਾਬਲੇ ਦੇ ਦੋ ਧਰਾਤਲਾਂ ਤੇ ਜੀਵੀ ਜਾਂਦੀ ਹੈ। ਪ੍ਰੇਮ ਦੇ ਅਰਥ ਬੇਵੱਸ ਹੋਣ ਤੋਂ ਹਨ। ਜਦੋਂ ਕਿਸੇ ਨਾਲ ਪ੍ਰੇਮ ਹੋ ਜਾਵੇ ਤਾਂ ਸਾਡਾ ਆਪਣੇ ਆਪ ਤੇ ਵੀ ਵੱਸ ਨਹੀਂ ਚੱਲਦਾ। ਅਸੀਂ ਫੈਸ਼ਨ ਇਸ ਲਈ ਬਦਲਦੇ ਰਹਿੰਦੇ ਹਾਂ ਕਿਉਂਕਿ ਨਵੇਂ ਫੈਸ਼ਨ ਵਿੱਚ ਵੀ ਸਾਨੂੰ ਆਪਣੇ ਕੋਹਜ ਦਾ ਗਿਆਨ ਹੋ ਚੁੱਕਾ ਹੁੰਦਾ ਹੈ। ਭਵਿੱਖ ਉਹਨਾਂ ਦਾ ਹੁੰਦਾ ਹੈ ਜਿਹੜੇ ਇਸ ਨੂੰ ਇਸ ਦੇ ਆਉਣ ਤੋਂ ਪਹਿਲਾਂ ਵੇਖ ਲੈਂਦੇ ਹਨ। ਨਿਕੰਮੀਆਂ ਅਤੇ ਫਜ਼ੂਲ ਚੀਜ਼ਾਂ ਇਸ਼ਤਿਹਾਰਬਾਜ਼ੀ ਦੇ ਸਿਰ ਤੇ ਹੀ ਵਿਕਦੀਆਂ ਹਨ। ਨਵੇਂ ਵਿਚਾਰਾਂ ਪਿੱਛੇ ਅਤੀਤ ਅਤੇ ਪਰੰਪਰਾ ਦਾ ਬਲ ਨਹੀਂ ਹੁੰਦਾ। ਇਸੇ ਕਰਕੇ ਇਹਨਾਂ ਨੂੰ ਅਪਣਾਉਣਾ ਮੁਸ਼ਕਿਲ ਹੁੰਦਾ ਹੈ। ਹਰ ਸੁੱਖ ਸਵਾਦ ਦੇ ਪਿੱਛੇ ਇੱਕ ਰੋਗ ਛੁਪਿਆ ਹੁੰਦਾ ਹੈ। ਕਿਸੇ ਸਮੱਸਿਆ ਦਾ ਸਭ ਤੋਂ ਸੌਖਾ ਹੱਲ ਇਹ ਹੁੰਦਾ ਹੈ ਕਿ ਇਸ ਨੂੰ ਪੈਦਾ ਹੀ ਨਾ ਹੋਣ ਦਿਓ। ਚੰਗੇ ਲੋਕਾਂ ਕੋਲ ਮਹਿੰਗੇ ਸੁੱਖ ਸਾਧਨ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਇਹਨਾਂ ਦੀ ਪ੍ਰਾਪਤੀ ਲਈ ਵਰਤੀ ਜਾਂਦੀ ਨਿਰਦੈਤਾ ਨੂੰ ਵਰਤਣ ਦੀ ਉਹਨਾਂ ਵਿੱਚ ਸਮਰੱਥਾ ਨਹੀਂ ਹੁੰਦੀ। ਦੀਵੇ ਦਾ ਮੁਕਾਬਲਾ ਹਨੇਰੇ ਨਾਲ ਹੀ ਨਹੀਂ, ਹਨੇਰੀ ਨਾਲ ਵੀ ਹੈ। ਪਹਿਲਾਂ ਚਿੱਤਰਕਾਰ ਨੂੰ ਚਿੱਤਰ ਬਣਾਉਣ ਵੇਲੇ ਬੜੀ ਮਿਹਨਤ ਕਰਨੀ ਪੈਂਦੀ ਸੀ। ਹੁਣ ਚਿੱਤਰ ਵੇਖਣ ਵਾਲਿਆਂ ਨੂੰ ਵੇਖਣ ਵੇਲੇ ਕਰਨੀ ਪੈਂਦੀ ਹੈ। ਕੇਵਲ ਪਰੰਪਰਾ ਤੋਂ ਸ਼ਕਤੀ ਭਾਲਣ ਵਾਲੇ ਆਪਣੀਆਂ ਕਮਜ਼ੋਰੀਆਂ ਨੂੰ ਹੀ ਬਲਵਾਨ ਕਰਦੇ ਹਨ। ਜੀਵਨ ਦੇ ਇਖਲਾਕੀ ਪੱਖਾਂ ਵੱਲ ਧਿਆਨ ਨਾ ਦੇਣ ਕਾਰਨ ਮਨੁੱਖ ਦੇ ਸੁੱਖ ਵੀ ਦੁਖਦਾਈ ਹੋ ਗਏ ਹਨ। ਤੋਹਫੇ ਦਾ ਮਹੱਤਵ ਉਸਦੇ ਢੁਕਵੇਂ ਹੋਣ ਵਿੱਚ ਹੁੰਦਾ ਹੈ, ਉਸਦੀ ਕੀਮਤ ਵਿੱਚ ਨਹੀਂ। ਅੰਤ ਨੂੰ ਹਰ ਧਰਮ ਨੇ ਭ੍ਰਿਸ਼ਟ ਕਰਮਕਾਂਡ ਦਾ ਰੂਪ ਧਾਰਨਾ ਹੁੰਦਾ ਹੈ। ਨਵੇਂ ਵਿਚਾਰਾਂ ਦਾ ਕੋਈ ਗਵਾਹ ਨਹੀਂ ਹੁੰਦਾ, ਇਸੇ ਕਰਕੇ ਇਹਨਾਂ ਤੇ ਕੋਈ ਭਰੋਸਾ ਨਹੀਂ ਕਰਦਾ। ਰਾਜਸੀ ਆਗੂ ਇਸ ਭਰਮ ਅਧੀਨ ਬੋਲਦੇ ਹਨ ਕਿ ਲਾਊਡ ਸਪੀਕਰ ਨਾਲ ਉਹਨਾਂ ਦੇ ਵਿਚਾਰ ਵੀ ਉੱਚੇ ਹੋ ਜਾਂਦੇ ਹਨ। ਵਿਕਾਸ ਕਰ ਰਹੀ ਭਾਸ਼ਾ ਆਪਣੀ ਹੀ ਵਿਆਕਰਨ ਦੀ ਉਲੰਘਣਾ ਕਰਨ ਲੱਗ ਪੈਂਦੀ ਹੈ। ਸਾਡੀਆਂ ਸਮੱਸਿਆਵਾਂ ਇਸ ਕਰਕੇ ਵੀ ਨਹੀਂ ਸੁਲਝਦੀਆਂ ਕਿਉਂਕਿ ਅਸੀਂ ਜਾਣਦੇ ਹੀ ਨਹੀਂ ਹੁੰਦੇ ਕਿ ਸਮੱਸਿਆਵਾਂ ਹੱਲ ਕਰਕੇ ਅਸੀਂ ਕੀ ਕਰਨਾ ਹੈ। ਜੇ 40 ਸਾਲ ਦੀ ਉਮਰ ਵਿੱਚ ਵੀ ਤੁਹਾਡੇ ਤੇ ਇਤਬਾਰ ਨਹੀਂ ਕੀਤਾ ਜਾਂਦਾ ਤਾਂ ਅਰਥ ਸਪਸ਼ਟ ਹੈ ਕਿ ਤੁਹਾਡੀ ਜ਼ਿੰਦਗੀ ਦਾ ਪੱਧਰ ਉੱਚਾ ਨਹੀਂ ਹੈ। ਸਿਆਣੀਆਂ ਕੌਮਾਂ ਆਪਣੇ ਸਿਆਣਿਆਂ ਦਾ ਨਾ ਅਪਮਾਨ ਕਰਦੀਆਂ ਹਨ, ਨਾ ਅਪਮਾਨ ਹੋਣ ਦਿੰਦੀਆਂ ਹਨ। ਜਦੋਂ ਕੰਮ ਨੂੰ ਪਿਆਰ ਨਾਲ ਕਰੀਏ ਤਾਂ ਉਹ ਕੰਮ ਨਹੀਂ ਰਹਿੰਦਾ, ਸ਼ੌਂਕ ਬਣ ਜਾਂਦਾ ਹੈ। ਜੇ ਸ਼ੌਂਕ ਨੂੰ ਮਿਹਨਤ ਨਾਲ ਪਾਲੀਏ ਤਾਂ ਉਹ ਕਲਾ ਬਣ ਜਾਂਦੀ ਹੈ। ਜੇ ਤੁਸੀਂ ਜਾਣਦੇ ਹੋ ਕਿ ਠੀਕ ਹੋ ਕੇ ਤੁਸੀਂ ਕੀ ਕਰਨਾ ਹੈ, ਤੁਸੀਂ ਬਿਮਾਰੀ ਤੋਂ ਜਲਦੀ ਠੀਕ ਹੋ ਜਾਵੋਗੇ। ਕਿਸੇ ਨਾਲ ਪਿਆਰ ਉਹਨਾਂ ਘੜੀਆਂ ਵਿੱਚ ਹੀ ਪੈਂਦਾ ਹੈ ਜਦੋਂ ਆਪਣੇ ਵਿੱਚ ਜਿਉਣ ਦੀ ਇੱਛਾ ਬਲਵਾਨ ਹੁੰਦੀ ਹੈ। ਗਰੀਬਾਂ ਦੇ ਹਾਸੇ ਵਿੱਚ ਕੁਰਲਾਹਟ ਹੁੰਦੀ ਹੈ।
ਇਹ ਪਤੀ ਪਤਨੀ ਦੇ ਰਿਸ਼ਤੇ ਵਿੱਚ ਹੀ ਸੰਭਵ ਹੈ ਕਿ ਜਿਸ ਨਾਲ ਤੁਸੀਂ ਨਾਰਾਜ਼ ਹੋਵੋ ਉਸ ਦੇ ਆਉਣ ਵਿੱਚ ਦੇਰ ਹੋ ਜਾਣ ਤੇ ਫਿਕਰ ਵੀ ਕਰੋ। ਕੋਈ ਵੀ ਕੇਵਲ 8 ਘੰਟੇ ਕੰਮ ਕਰਕੇ ਅਮੀਰ ਅਤੇ ਖੁਸ਼ਹਾਲ ਨਹੀਂ ਹੋ ਸਕਦਾ। ਬੁਝੇ ਦੀਵੇ ਨੂੰ ਵੀ ਦੀਵਾ ਹੀ ਕਿਹਾ ਜਾਂਦਾ ਹੈ। ਅਰਦਾਸ ਸ਼ਰਧਾਵਾਨ ਹਿਰਦੇ ਵਿੱਚੋਂ ਨਿਕਲਿਆ ਡੂੰਘਾ ਸਾਹ ਹੁੰਦੀ ਹੈ। ਜਿਹੜਾ ਹੰਕਾਰ ਤੋਂ ਮੁਕਤ ਹੈ ਉਸ ਲਈ ਹਰ ਥਾਂ ਸਵਰਗ ਹੈ। ਪੰਛੀ ਅਤੇ ਜਾਨਵਰ ਕੁਝ ਵੀ ਕੁਦਰਤ ਵਿਰੁੱਧ ਨਹੀਂ ਕਰਦੇ, ਇਸੇ ਕਰਕੇ ਨਾ ਉਹਨਾਂ ਨੂੰ ਧਰਮ ਦੀ ਲੋੜ ਹੈ, ਨਾ ਹੀ ਕੁਝ ਕਰਕੇ ਪਛਤਾਉਣ ਦੀ। ਕੁਦਰਤ ਵਿੱਚ ਕੁਝ ਵੀ ਅਜਿਹਾ ਨਹੀਂ ਜਿਸ ਦੀ ਵਿਗਿਆਨ ਵਿਆਖਿਆ ਨਹੀਂ ਕਰਨੀ ਚਾਹੁੰਦਾ। ਵਿਦਿਆਰਥੀ ਕੋਲ ਅੱਖਾਂ ਹੁੰਦੀਆਂ ਹਨ, ਨਜ਼ਰ ਉਸਨੂੰ ਅਧਿਆਪਕ ਦਿੰਦਾ ਹੈ। ਆਪਣੇ ਸੰਦਾਂ ਦਾ ਸਤਿਕਾਰ ਕਰਨ ਵਾਲਾ ਹੀ ਚੰਗਾ ਕਾਰੀਗਰ ਹੁੰਦਾ ਹੈ। ਮਹਾਂਪੁਰਸ਼ ਆਪਣੇ ਸਮੇਂ ਤੋਂ ਪਹਿਲਾਂ ਹੀ ਜਨਮ ਲੈਂਦੇ ਹਨ, ਕਿਉਂਕਿ ਉਹਨਾਂ ਨੇ ਆਪਣੇ ਤੋਂ ਮਗਰੋਂ ਦੇ ਸਮੇਂ ਨੂੰ ਬਦਲਣਾ ਹੁੰਦਾ ਹੈ। ਬਜ਼ੁਰਗਾਂ ਕੋਲ ਹਰ ਉਮਰ ਦਾ ਤਜਰਬਾ ਹੁੰਦਾ ਹੈ, ਇਸ ਲਈ ਉਹ ਹਰ ਕਿਸੇ ਲਈ ਲਾਭਕਾਰੀ ਹੁੰਦੇ ਹਨ। ਜਿਸ ਕੰਮ ਦੀ ਤਨਖਾਹ ਮਿਲਦੀ ਹੋਵੇ, ਜੇ ਉਹ ਕੰਮ ਵੀ ਠੀਕ ਢੰਗ ਨਾਲ ਕੀਤਾ ਜਾਵੇ ਤਾਂ ਲੋਕ ਉਸ ਨੂੰ ਕੰਮ ਨਹੀਂ ਸੇਵਾ ਕਹਿਣਗੇ। ਕਲਾ ਚਿੰਤਾ ਨੂੰ ਚਿੰਤਨ ਵਿੱਚ ਬਦਲਣ ਦੀ ਸਮਰੱਥਾ ਰੱਖਦੀ ਹੈ। ਪ੍ਰਸਿੱਧ ਵਿਅਕਤੀਆਂ ਲਈ ਗੁੰਮਨਾਮ ਜੀਵਨ ਜਿਉਣਾ ਸੰਭਵ ਨਹੀਂ ਹੁੰਦਾ। ਡਿੱਗਦੇ ਉਹੀ ਦਰੱਖਤ ਹਨ ਜਿਨ੍ਹਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਹੋਣ, ਪਰ ਦੋਸ਼ ਮੀਂਹ ਹਨੇਰੀ ਤੇ ਲੱਗ ਜਾਂਦਾ ਹੈ। ਮਾਊਂਟ ਐਵਰੈਸਟ ਉੱਤੇ ਕਦੇ ਭੀੜ ਨਹੀਂ ਹੋਵੇਗੀ। ਕਿਸੇ ਪਰੰਪਰਾ ਦੇ ਅੰਤ ਤੋਂ ਪਹਿਲਾਂ ਹੀ ਸਮਾਜ ਵਿੱਚ ਪਰਿਵਰਤਨ ਦੀਆਂ ਹਵਾਵਾਂ ਚੱਲਣ ਲੱਗ ਪੈਂਦੀਆਂ ਹਨ। ਚੰਗੇ ਅਧਿਆਪਕਾਂ ਦੇ ਵਿਚਾਰ ਅਤੇ ਸ਼ਬਦ ਸਾਰਾ ਜੀਵਨ ਸਾਡੀ ਚੇਤਨਾ ਵਿੱਚ ਚਮਕਦੇ ਅਤੇ ਗੂੰਜਦੇ ਰਹਿੰਦੇ ਹਨ। ਉਸਤਾਦ ਸੰਗੀਤਕਾਰ ਸ਼ਾਗਿਰਦ ਦੇ ਸੰਗੀਤ ਵਿੱਚ ਗੂੰਜ ਭਰ ਦਿੰਦਾ ਹੈ। ਬੱਚੇ ਲਾਡ ਨਾਲ ਨਹੀਂ ਵਿਗੜਦੇ, ਗਲਤ ਉਦਾਹਰਨਾਂ ਨਾਲ ਵਿਗੜਦੇ ਹਨ। ਗੈਰ ਕਾਨੂੰਨੀ ਢੰਗ ਨਾਲ ਹਕੂਮਤ ਕਰਨ ਵਾਲੇ ਅਜਿਹੇ ਕਾਨੂੰਨ ਹੀ ਬਣਾਉਣਗੇ ਜਿਨ੍ਹਾਂ ਨਾਲ ਉਹ ਹਾਕਮ ਬਣੇ ਰਹਿਣ। ਐਵਰੈਸਟ ਦੀ ਚੋਟੀ ਤੇ ਪਹੁੰਚ ਕੇ ਸਿਖਰ ਤੋਂ ਡੂੰਘਾਈਆਂ ਵੇਖਣ ਦੀ ਮੌਜ ਮਿਲਦੀ ਹੈ। ਧਿਆਨ ਰੱਖੋ ਕਿ ਤੁਹਾਡੇ ਦੁਸ਼ਮਣ ਦਾ ਪੱਧਰ ਤੁਹਾਡੇ ਨਾਲੋਂ ਉੱਚਾ ਹੋਵੇ। ਗੁਰਦੁਆਰੇ ਦੇ ਭਾਈ ਕੋਲ ਤਾਕਤ ਨਹੀਂ ਹੁੰਦੀ, ਸ਼ਰਧਾ ਹੁੰਦੀ ਹੈ। ਥਾਣੇ ਦੇ ਅਧਿਕਾਰੀ ਕੋਲ ਸ਼ਰਧਾ ਨਹੀਂ ਹੁੰਦੀ, ਤਾਕਤ ਹੁੰਦੀ ਹੈ। ਦੱਸਣ ਦੀ ਲੋੜ ਨਹੀਂ ਕਿ ਲੋਕ ਕਿੱਥੇ ਜਾਂਦੇ ਹਨ ਅਤੇ ਕਿਉਂ ਜਾਂਦੇ ਹਨ। ਪ੍ਰੇਮਿਕਾ ਦੇ ਸੰਖੇਪ ਕਥਨਾਂ ਵਿੱਚੋਂ ਪ੍ਰੇਮੀ ਵਿਸਥਾਰ ਲੱਭਦਾ ਰਹਿੰਦਾ ਹੈ। ਕਈਆਂ ਨੂੰ ਦਰਿਆਵਾਂ ਵਿੱਚੋਂ ਝੀਲਾਂ ਲੱਭਣ ਦਾ ਪਾਗਲਪਨ ਹੁੰਦਾ ਹੈ। ਪ੍ਰੇਮਿਕਾ ਵਿਛੜਨ ਲੱਗਿਆਂ ਇੰਝ ਵੇਖਦੀ ਹੈ ਕਿ ਮਨ ਦੀ ਪਿਆਸ ਬੁਝਾ ਵੀ ਜਾਂਦੀ ਹੈ ਅਤੇ ਲਾ ਵੀ ਜਾਂਦੀ ਹੈ। ਟਿੱਬਿਆਂ ਦੀ ਰੇਤ ਨੂੰ ਉਡਾਉਂਦੀ ਹਵਾ ਟਿੱਬਿਆਂ ਨੂੰ ਹੋਰ ਵੀ ਵਿਸ਼ਾਲ ਕਰ ਦਿੰਦੀ ਹੈ। ਪਿਆਰ ਵਿੱਚ ਅੱਖੀਆਂ ਨੂੰ ਸੁਪਨਿਆਂ ਦੇ ਹਾਰ ਪੈ ਜਾਂਦੇ ਹਨ। ਕੋਈ ਵੀ ਵੱਡਾ ਆਗੂ ਇਹ ਨਹੀਂ ਕਹਿੰਦਾ ਕਿ ਮੇਰੇ ਪਿੱਛੇ ਆਓ, ਉਹ ਕਹਿੰਦਾ ਹੈ ਆਓ ਚੱਲੀਏ। ਜਿਸ ਨੂੰ ਹੁਕਮ ਮੰਨਣ ਦੀ ਆਦਤ ਨਹੀਂ, ਉਸ ਦਾ ਹੁਕਮ ਮੰਨਿਆ ਵੀ ਨਹੀਂ ਜਾਵੇਗਾ। ਪ੍ਰੇਮਿਕਾ ਪ੍ਰੇਮੀ ਦੀ ਕਲਪਨਾ ਦੀਆਂ ਗਲੀਆਂ ਵਿੱਚੋਂ ਲੰਘਦੀ ਰਹਿੰਦੀ ਹੈ, ਇਸੇ ਕਰਕੇ ਉਸ ਨੂੰ ਦੂਰ ਤੱਕ ਦਿਸਦੀ ਰਹਿੰਦੀ ਹੈ। ਕਈ ਵਾਰੀ ਮਨੁੱਖ ਇਤਨਾ ਇਕੱਲਾ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਆਪ ਦਾ ਵੀ ਸਾਥ ਨਹੀਂ ਰਹਿੰਦਾ। ਜੇ ਕਿਸੇ ਪੁਰਸ਼ ਨੂੰ ਪਤਾ ਨਹੀਂ ਕਿ ਉਸ ਵਿੱਚ ਕੀ ਘਾਟਾਂ ਹਨ, ਇਸ ਦਾ ਅਰਥ ਇਹ ਹੈ ਕਿ ਉਹ ਆਪਣੀ ਪਤਨੀ ਨੂੰ ਧਿਆਨ ਨਾਲ ਨਹੀਂ ਸੁਣਦਾ। ਪ੍ਰੇਮਿਕਾ ਨੂੰ ਵੇਖਦਿਆਂ ਹੀ ਪ੍ਰੇਮੀ ਖੰਡਰ ਤੋਂ ਮਹਿਲ ਬਣ ਜਾਂਦਾ ਹੈ। ਸਰੀਰ ਦੇ ਜਿਨ੍ਹਾਂ ਅੰਗਾਂ ਨੂੰ ਅਸੀਂ ਖੁਸ਼ੀ ਪ੍ਰਗਟਾਉਣ ਲਈ ਵਰਤਦੇ ਹਾਂ, ਵਿਰਲਾਪ ਵੇਲੇ ਵੀ ਉਹਨਾਂ ਅੰਗਾਂ ਨੂੰ ਹੀ ਵਰਤਿਆ ਜਾਂਦਾ ਹੈ। ਜੇ ਕੰਨ ਅਤੀਤ ਵੱਲ ਅਤੇ ਅੱਖਾਂ ਭਵਿੱਖ ਵੱਲ ਹੋਣ ਤਾਂ ਮਨੁੱਖ ਦੋ ਜਹਾਨਾਂ ਵਿੱਚ ਜਿਉਂਦਾ ਹੈ।
ਸੱਚਾ ਜਰਨੈਲ ਇਹ ਨਹੀਂ ਕਹਿੰਦਾ ਕਿ ਅਸੀਂ ਹਾਰ ਗਏ, ਉਹ ਕਹਿੰਦਾ ਹੈ ਮੈਂ ਹਾਰ ਗਿਆ। ਬਹਾਦਰ ਜਰਨੈਲ ਇਹ ਨਹੀਂ ਕਹਿੰਦਾ ਕਿ ਮੈਂ ਜਿੱਤ ਗਿਆ, ਉਹ ਕਹਿੰਦਾ ਹੈ ਅਸੀਂ ਜਿੱਤ ਗਏ। ਕਈ ਰਿਸ਼ਤੇਦਾਰੀਆਂ ਕੰਚ ਦੇ ਭਾਂਡਿਆਂ ਵਰਗੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਬੜੇ ਧਿਆਨ ਨਾਲ ਚੁੱਕਣਾ, ਰੱਖਣਾ, ਸਾਂਭਣਾ ਪੈਂਦਾ ਹੈ। ਪਿਆਰ ਵਿੱਚ ਅਨੇਕਾਂ ਜੋੜੇ ਮਿਲਣ ਤੋਂ ਪਹਿਲਾਂ ਹੀ ਵਿਛੜ ਜਾਂਦੇ ਹਨ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।